ਗਰੁੱਪ अंदर लिखिया है। प्रणाम बाबा जी। भगवान जी ने हमें खुद से अलग क्यों किया है जी। भगवान ने अपने से अलग किसी को भी नहीं किया है जी। उससे अलग होकर तुम जी कैसे सकते हो। है ना ਤਾਂ ਸਾਰੇ ਹੀ ਪਰਮਾਤਮਾ ਦੇ ਵਿੱਚ ਹੀ। ਤੁਸੀਂ ਵੀ ਪਰਮਾਤਮਾ ਦੇ ਵਿੱਚ ਹੀ ਹੋ। ਪ੍ਰਮਾਣ ਵੀ ਦਿੱਤਾ ਹੈ ਨਾ ਬਹੁਤ ਵਾਰ। ਸਤਿਪੁਰਖ ਕਹਿੰਦੇ ਹਨ ਪਰ ਤੁਸੀਂ ਖਿਆਲ ਨਹੀਂ ਰੱਖਦੇ ਹੋ, ਚੇਤਾ ਨਹੀਂ ਰੱਖਦੇ। जैसे जल ते बुध बुधा उपजै बिन सै नीत जग रचना तैसे रची कहो नानक सुन मीत। इवें रचना रची जिवें जल दे उपर बुध बुधा होया पैदा, जल दे विचों ही होया ना। इदां ही यह रचना परमात्मा दे विचों ही हो रही है। ਤੁਸੀਂ ਪਰਮਾਤਮਾ ਦੇ ਵਿੱਚ ਹੀ ਬੁੱਧ ਬੁੱਧੇ ਦੀ ਤਰ੍ਹਾਂ ਪੈਦਾ ਹੋਏ ਹੋ। ਪਰ ਤੁਸੀਂ ਸੁਪਨਾ ਦੇਖਣ ਲੱਗ ਪਏ ਭਿੰਨ ਹੋਣ ਦਾ। ਹੋਏ ਨਹੀਂ ਹੋ ਭਿੰਨ, ਜੁਦਾ ਹੋਏ ਨਹੀਂ ਹੋ ਪਰਮਾਤਮਾ ਤੋਂ, ਸਿਰਫ ਸੁਪਨਾ ਦੇਖ ਰਹੇ ਹੋ। ਜੈਸੇ ਰਵਿਦਾਸ ਜੀ ਕਹਿੰਦੇ ਹਨ ਨਾ ਵੀ ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਰਛੁਤ ਦੁਖ ਪਾਇਆ ਸੋਗਤ ਪਈ ਹਮਾਰੀ। ਕਹਿੰਦੇ ਇਹ ਹਾਲ ਸਾਡਾ ਹੋ ਗਿਆ ਜਿਵੇਂ ਸਮਰਾਟ ਇੱਕ ਆਪਣੇ ਸਿੰਘਾਸਨ 'ਤੇ ਹੀ ਰਾਤ ਨੂੰ ਸੁੱਤਾ ਹੋਇਆ ਹੈ, ਰਾਜ ਮਹਿਲ 'ਚ ਹੀ ਹੈ, ਪਰ ਸੁਪਨਾ ਦੇਖ ਰਿਹਾ ਭਿਖਾਰੀ ਹੋਣ ਦਾ। ਭਿਖਾਰੀ ਹੋ ਗਿਆ ਨਾ ਸੁਪਨੇ 'ਚ। ਇਵੇਂ ਹੀ ਤੁਸੀਂ ਸੁਪਨਾ ਦੇਖ ਰਹੇ ਹੋ। ਸੁੱਖ ਪਾਉਣ ਦਾ, ਸੁਖੀ ਰਹਿਣ ਦਾ, ਸੁਖਪੂਰਵਕ ਜੀਣ ਦਾ। ਤੇ ਸੁਪਨਿਆਂ ਦੇ ਵਿੱਚ ਲਾਇਆ ਕਿੰਨੇ ਤੁਹਾਨੂੰ? ਤੁਹਾਡੇ ਆਪਣਿਆਂ ਨੇ ਹੀ। ਅਗਰ ਮੈਨੂੰ ਪੁੱਛੋ ਤੇ ਯੁਦਾ ਪਰਮਾਤਮਾ ਨੇ ਥੋੜ੍ਹੀ ਕੀਤਾ ਹੈ ਤੁਹਾਨੂੰ, ਤੁਹਾਡੇ ਆਪਣਿਆਂ ਨੇ ਹੀ ਪਰਮਾਤਮਾ ਨਾਲੋਂ ਤੁਹਾਨੂੰ ਯੁਦਾ ਕੀਤਾ ਹੋਇਆ ਹੈ। ਕਿਉਂਕਿ ਜਿਨ੍ਹਾਂ ਦੇ ਵਿੱਚ ਤੁਸੀਂ ਪੈਦਾ ਹੋਏ ਹੋ ਉਹ ਆਪਣੇ ਆਪਣੇ ਸੁਪਨੇ ਦੇਖ ਰਹੇ ਹਨ ਅਤੇ ਤੁਹਾਡੇ ਦੁਆਰਾ ਵੀ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ। ਅਤੇ ਕਹਿੰਦੇ ਹਨ ਬੱਚਾ ਵੀ ਬਣਨਾ ਹੈ, ਕੁਛ ਹੋਣਾ ਹੈ, ਕੁਛ ਪਾਉਣਾ ਹੈ, ਕੁਛ ਚੱਲ। ਸਾਡੇ ਸੁਪਨੇ ਵੀ ਪੂਰੇ ਕਰ ਅਤੇ ਆਪਣੇ ਵੀ ਕਰ, ਤੋ ਸੁਪਨਿਆਂ ਦੇ ਵਿੱਚ ਲਾ ਦਿੰਦੇ ਆ। ਜਿਵੇਂ ਜਲ 'ਤੇ ਬੁੱਧ ਬੁੱਧਾ ਪੈਦਾ ਹੋਇਆ, ਉਹਦੀਆਂ 2 ਅੱਖਾਂ ਲੱਗ ਗਈਆਂ, 2 ਕੰਨ ਲੱਗ ਗਏ, ਇੰਦਰੇ ਲੱਗ ਗਏ, ਉਹ ਦੇਖਣ ਲੱਗ ਪਿਆ ਬਾਹਰ, ਸੁਣਨ ਲੱਗ ਪਿਆ, ਮਹਿਸੂਸ ਕਰਨ ਲੱਗ ਪਿਆ ਵੀ ਦੂਸਰੇ ਬੁੱਧ ਬੁੱਧੇ ਜੁਦਾ ਹਨ ਅਤੇ ਮੈਂ ਆਪਣਾ ਜੀਵਨ ਜੀਣਾ ਹੈ। ਅਤੇ ਜਿਹੜੇ ਲਾਗੇ ਲਾਗੇ ਦੇ ਬੁੱਧ ਬੁੱਧੇ ਉਹ ਆਪਣੇ ਹਨ, ਜਿਹੜੇ ਸਹਿਯੋਗ ਦਿੰਦੇ ਸੁਪਨੇ 'ਚ ਪਾ ਰਹੇ ਹਨ, ਅਤੇ ਜਿਹੜੇ ਦੂਸਰੇ ਹਨ ਉਹ ਦੂਰ ਦੇ ਹਨ, ਪਰਾਏ ਹਨ। ਬੁੱਧ ਬੁੱਧਾ ਤੇ ਜਲ ਦੇ ਉੱਪਰ ਹੀ ਹੈ ਪਰ ਸੁਪਨਾ ਦੇਖ ਰਿਹਾ ਹੈ ਨਾ। ਅਤੇ ਜਦੋਂ ਮਿਟੇਗਾ ਬੁੱਧ ਬੁੱਧਾ ਤਾਂ ਕਿਤੇ ਜਾਵੇਗਾ? ਜਲ 'ਚ। ਇੱਦਾਂ ਹੀ ਇਹ ਸਭ ਜੋ ਬੁੱਧ ਬੁੱਧੇ ਮਿਟਦੇ ਹਨ, ਮਿਟਦੇ ਕਿਹਦੇ ਵਿੱਚ ਹਨ? ਪਰਮਾਤਮਾ 'ਚ। ਪਰਮਾਤਮਾ 'ਚ ਹੀ ਪੈਦਾ ਹੋ ਰਹੇ ਪਰ ਸੁਪਨਾ ਅਲੱਗਾ ਅਲੱਗਾ ਦੇਖ ਰਹੇ ਹਨ। ਤੁਸੀਂ ਸੁਪਨਾ ਦੇਖਣ ਕਰਕੇ ਜੁਦਾ ਹੋ ਗਏ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ।
जैसा तुसी मन रहे हो ना, जान रहे हो, वैसा है नहीं। तुसी सुपना देख रहे हो। ਤੇ ਸੁਪਨਾ ਲਗਾਤਾਰ ਹੀ ਦੇਖ ਰਹੇ ਹੋ। ਜਿਨ੍ਹਾਂ ਨੂੰ ਆਪਣਾ ਸਮਝ ਲਿਆ ਤੁਸੀਂ, ਉਹਨਾਂ ਨੂੰ ਆਪਣਾ ਸਮਝ ਲਿਆ, ਉਹਨਾਂ ਦੇ ਨਾਲ ਜੁੜ ਗਏ, ਸੋਚਣ ਲੱਗ ਪਏ ਆਪਣਿਆਂ ਬਾਰੇ। ਮਮਤਾ ਹੋ ਗਈ, ਮੋਹ ਹੋ ਗਈ। ਫਿਰ ਇਹ ਲਗਾਤਾਰ ਸੁਪਨਾ ਦੇਖਣ ਦੇ ਕਰਕੇ ਇਹ ਸੁਪਨਾ ਬਹੁਤ ਗਹਿਰਾ ਹੋ ਗਿਆ ਹੈ, ਇਹ ਟੁੱਟਦਾ ਨਹੀਂ ਹੈ। ਤੇ ਸੁਪਨਾ ਜਦੋਂ ਟੁੱਟੇਗਾ ਤੇ ਆਪਣਾ ਕੋਈ ਵੀ ਨਹੀਂ ਰਹਿ ਜਾਂਦਾ ਹੈ। ਜਿਵੇਂ ਰਾਤ ਦਾ ਸੁਪਨਾ ਟੁੱਟ ਜਾਵੇ, ਤੁਸੀਂ ਰਾਤ ਦੇ ਸੁਪਨੇ 'ਚ ਆਪਣੇ ਮਾਂ ਪਿਓ ਬਣਾ ਲਏ, ਭੈਣ ਭਾਈ ਬਣਾ ਲਏ, ਬਾਲ ਬੱਚੇ ਬਣਾ ਲਏ, ਪਰਿਵਾਰ ਬਣਾ ਲਿਆ, ਰਿਸ਼ਤੇਦਾਰ ਮਿੱਤਰ ਦੋਸਤ ਬਣਾ ਲਏ ਸੁਪਨੇ 'ਚ। ਉਹ ਜੋ ਸੁਪਨਾ ਸਵੇਰੇ ਟੁੱਟੇਗਾ ਤਾਂ ਸਾਰੇ ਜਾਂਦੇ ਲੱਗੇਗੇ ਨਾ। ਇਵੇਂ ਹੀ ਆਦਮੀ ਇਹ ਦਿਨ ਦਾ ਸੁਪਨਾ ਤੋੜਨ ਤੋਂ ਡਰਦਾ ਹੈ, ਪਰ ਉਹ ਧੰਨ ਭਾਗੀ ਹਨ ਜਿਹੜੇ ਇਹ ਦਿਨ ਦਾ ਸੁਪਨਾ ਤੋੜਦੇ ਹਨ। ਜਿਨ ਮਾਇਆ ਮਮਤਾ ਤਜੀ, ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨ, ਤੇ ਨਰ ਮਾਥੇ ਭਾਗ। ਕਹਿੰਦੇ ਉਹ ਧੰਨ ਭਾਗੀ ਹਨ ਜਿਨ੍ਹਾਂ ਨੇ ਮਾਇਆ ਮਮਤਾ ਤਜੀ। ਮਮਤਾ ਦਾ ਭਾਵ ਹੁੰਦਾ ਮੇਰੇ ਆਪਣੇ, ਮਮ ਜਿਹੜੇ ਆਪਣੇ ਹਨ ਉਹ ਛੱਡ ਦਿੱਤੇ, ਅਤੇ ਮਾਇਆ ਧਨ ਦੌਲਤ ਸੰਪੱਤੀ ਛੱਡ ਦਿੱਤੀ, ਅਤੇ ਵੈਰਾਗੀ ਹੋ ਗਈ। ਇਹੋ ਹੀ ਗੁਰੂ ਸਾਹਿਬ ਜੀ ਸਤਿਪੁਰਖ ਕਹਿ ਰਹੇ ਹਨ। ਪਰ ਦੇਖੋ ਕਮਾਲ ਦੀ ਗੱਲ ਹੈ ਵੀ ਸਿੱਖ ਵੀ ਅਗਰ ਐਸਾ ਕੋਈ ਵੈਰਾਗੀ ਹੋ ਜਾਵੇ ਨਾ, ਸੰਸਾਰ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ ਇੱਕ ਤਰਫ ਬੈਠ ਜਾਵੇ, ਉਹਨੂੰ ਵੀ ਚੰਗਾ ਨਹੀਂ ਸਮਝਦੇ। ਬਾਣੀ ਵੀ ਪੜ੍ਹਦੇ ਹਨ, ਬਾਣੀ 'ਚ ਲਿਖਿਆ ਹੋਇਆ ਸਾਰਾ ਕੁਛ। ਤੁਹਾਨੂੰ ਹੀ ਕਹਿੰਦੇ ਹਨ ਗੁਰੂ ਸਾਹਿਬ ਜੀ, ਐਸਾ ਨਹੀਂ ਕਹਿੰਦੇ, ਆਪਣਾ ਹੀ ਅਰਥ ਕੱਢਦੇ ਹਨ। ਅਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਵਡਭਾਗੀ ਹਨ ਜਿਹੜਾ ਮਾਇਆ ਮਮਤਾ ਨੂੰ ਛੱਡ ਕੇ ਵੈਰਾਗ ਲੈ ਲੈਂਦੇ ਹਨ ਸੰਸਾਰ। ਕਿਸੇ ਨੇ ਗਿਆਨੀ ਪਿੰਦਰਪਾਲ ਦੀ ਇੱਕ ਵੀਡੀਓ ਰਿਕਾਰਡਿੰਗ ਭੇਜੀ, ਉਹਦੇ ਵਿੱਚ ਉਹ ਕਹਿ ਰਿਹਾ ਸੀ ਵੀ ਮੈਂ ਸੱਚ ਕਹਿੰਦਾ ਹਾਂ, ਜਿਵੇਂ ਕਹਿੰਦਾ ਹੁੰਦਾ ਵੀ ਦੋ ਗੱਲਾਂ 'ਤੇ ਆਦਮੀ ਪਹਿਰਾ ਦੇ ਲਵੇ, ਪਰਾਏ ਧਨ 'ਤੇ ਦ੍ਰਿਸ਼ਟੀ ਨਾ ਰੱਖੇ, ਅਤੇ ਪਰਾਈ ਇਸਤਰੀ 'ਤੇ ਦ੍ਰਿਸ਼ਟੀ ਨਾ ਰੱਖੇ। ਅਤੇ ਉਹਨੇ ਨਾਲ ਪ੍ਰਮਾਣ ਵੀ ਦਿੱਤਾ, ਪਰ ਧਨ ਪਰ ਦਾਰਾ ਪਰ ਹਰੀ, ਤਿਸ ਕੈ ਨਿਕਟ ਬਸੈ ਨਰ ਹਰੀ। ਅਤੇ ਲੋਕ ਐਸੇ ਹੀ ਗਿਆਨੀਆਂ ਨੂੰ ਸੁਣਨਾ ਚਾਹੁੰਦੇ ਹਨ, ਅਤੇ ਸਾਰਿਆਂ ਨੂੰ ਇਹ ਗੱਲ ਚੰਗੀ ਲੱਗਦੀ ਹੈ ਵੀ ਪਰਾਏ ਧਨ 'ਤੇ ਨਿਗਾਹ ਨਾ ਰੱਖੋ, ਉਹਨੂੰ ਛੱਡੋ, ਪਰਾਏ ਧਨ 'ਤੇ ਦ੍ਰਿਸ਼ਟੀ ਨਾ ਰੱਖੋ, ਉਹਨੂੰ ਛੱਡੋ। ਇਹੋ ਹੀ ਕਿਹਾ ਹੈ। ਅਤੇ ਪਰਾਇਆ ਧਨ ਕਿਹਨੂੰ ਕਹਿੰਦੇ ਹਨ? ਜਿਹੜਾ ਆਪਣਾ ਪਰਿਵਾਰ ਦਾ ਮੈਂਬਰ ਨਹੀਂ ਹੈ। ਅਤੇ ਪਰਾਇਆ ਧਨ ਕਿਹਨੂੰ ਕਹਿੰਦੇ ਹਨ? ਜਿਹੜਾ ਆਪਣੀ ਤਿਜੋਰੀ 'ਚ ਨਹੀਂ ਹੈ। ਇਹ ਅਰਥ ਕਰਦੇ ਹਨ। ਪਰ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਉਹ ਐਸਾ ਥੋੜ੍ਹੀ ਸਮਝਦੇ ਹਨ। ਉਹ ਤਾਂ ਆਪਣੇ ਸਰੂਪ ਨਾਲੋਂ ਜੋ ਕੁਛ ਵੀ ਹੈ ਭਿੰਨ, ਉਹਨੂੰ ਪਰ ਸਮਝਦੇ ਹਨ। ਇਹ ਜੋ ਤਨ ਹੈ ਤੁਹਾਡਾ, ਇਹ ਵੀ ਪਰ ਹੈ, ਦੂਸਰਾ ਤਾਂ ਪਰ ਹੈ ਹੀ। ਸਭ ਕੁਛ ਹੀ ਪਰ ਹੈ। ਤੁਸੀਂ ਨਹੀਂ ਕਹਿੰਦੇ ਹੋ ਮੇਰਾ ਸਰੀਰ, ਮੇਰੇ ਦਾ ਭਾਵ ਹੁੰਦਾ ਪਰ, ਦੂਸਰੀ ਚੀਜ਼ ਨੂੰ ਮੇਰਾ ਕਹਿੰਦੇ ਹੋ। ਹੁਣ ਇਸਤਰੀ ਤੁਹਾਡੀ ਕਿਵੇਂ ਹੋ ਗਈ? ਚਾਰ ਲਾਵਾਂ ਲੈ ਲਈਆਂ, ਫੇਰੇ ਲੈ ਲਏ, ਤਾਂ ਤੁਹਾਡੀ ਹੋ ਗਈ। ਜਿਵੇਂ ਪਿਤਾ ਨੇ ਵਸੀਅਤ ਕਰ ਦਿੱਤੀ ਅਤੇ ਧਨ ਤੁਹਾਡਾ ਹੋ ਗਿਆ। ਅਗਰ ਤੁਹਾਡਾ ਹੀ ਹੋ ਗਿਆ ਫਿਰ ਨਾਲ ਕਿਉਂ ਨਹੀਂ ਜਾਂਦਾ? ਤੁਹਾਡਾ ਇੱਥੇ ਕੁਝ ਵੀ ਨਹੀਂ ਹੈ।
ਪਰ ਐਸੇ ਕਥਾਵਾਚਕਾਂ ਨੂੰ ਬਹੁਤ ਲੋਕ ਸੁਣਦੇ ਹਨ, ਕਿਉਂਕਿ ਉਹਨਾਂ ਦੇ ਮਨਪਸੰਦ ਦੀਆਂ ਗੱਲਾਂ ਕਰਦੇ ਹਨ। ਕਹਿੰਦੇ ਹਨ ਵੀ ਪਰਾਈ ਇਸਤਰੀ ਨੂੰ ਛੱਡਣ ਵਾਸਤੇ ਕਿਹਾ, ਆਪਣੀ ਨੂੰ ਥੋੜ੍ਹੀ, ਆਪਣੀ ਨਾਲ ਪੂਰਾ ਪਿਆਰ ਕਰੋ, ਮੋਹ ਕਰੋ, ਆਪਣੇ ਬੱਚਿਆਂ ਨਾਲ, ਪਰਿਵਾਰ ਨਾਲ। ਫਿਰ ਆਪਣਾ ਕੌਣ ਹੈ ਇੱਥੇ? ਤੇ ਇਹਨਾਂ ਆਪਣਿਆਂ ਕਰਕੇ ਹੀ ਸੁਪਨਾ ਚੱਲ ਰਿਹਾ ਹੈ ਤੁਹਾਡਾ। ਤੇ ਜਿੰਨਾ ਚਿਰ ਮਮਤਾ ਹੈ ਉਨਾ ਚਿਰ ਸੁਪਨਾ ਥੋੜ੍ਹੀ ਟੁੱਟੇਗਾ। ਤਦੇ ਕਿਹਾ ਹੈ ਨਾ, ਮਾਇਆ ਮਮਤਾ ਤਜ ਲਿਓ ਪੇਖ ਬਹਿਰਾ, ਕਹੋ ਨਾਨਕ ਸੁਨ ਰੇ ਮਨ ਤੇ ਨਰ ਮਾਥੇ ਭਾਗ। ਵੱਡੇ ਭਾਗਾਂ ਵਾਲਾ। ਫਿਰ ਸੰਸਾਰੀ ਮੋਹ ਮਮਤਾ ਛੱਡਣੀ ਹੈ, ਫਿਰ ਧਾਰਮਿਕ ਮੋਹ ਮਮਤਾ ਵੀ ਛੱਡਣੀ ਹੈ, ਹੋਰ ਵੀ ਔਖੀ ਹੈ। ਜਿਵੇਂ ਜਾਨਪਾਲ ਨੇ ਇੱਕ ਤਸਵੀਰ ਪਾਈ ਹੈ, ਜੇ ਕ੍ਰਿਸ਼ਨ ਮੂਰਤੀ, ਉਹਦੇ ਉੱਪਰ ਲਿਖਿਆ ਹੋਇਆ ਹੈ, ਮੈਂ कहता हूँ कि सत्य एक मार्गहीन भूमि है और आप उसे किसी भी मार्ग से, किसी धर्म द्वारा, किसी भी संप्रदाय से प्राप्त नहीं कर सकते। ਕਹਿੰਦੇ ਹਨ ਵੀ ਪਰਮਾਤਮਾ ਇੱਕ ਮਾਰਗਹੀਨ ਭੂਮੀ ਹੈ। ਇਹ ਭੂਮੀ ਨਹੀਂ ਹੈ। ਅਗਰ ਭੂਮੀ ਹੁੰਦੀ ਤੇ ਆਦਮੀ ਜਹਾਜ਼ 'ਤੇ ਪਹੁੰਚ ਜਾਂਦਾ, ਜਿਵੇਂ ਦੂਸਰੇ ਗ੍ਰਹਿਾਂ 'ਤੇ ਪਹੁੰਚ ਰਿਹਾ ਹੈ ਮਨੁੱਖ, ਜਿੱਥੇ ਮਾਰਗ ਕੋਈ ਨਹੀਂ ਹੈ। ਨਹੀਂ, ਭੂਮੀ ਨਹੀਂ ਹੈ ਪਰਮਾਤਮਾ। ਹਾਂ, ਮਾਰਗਹੀਨ ਜ਼ਰੂਰ ਹੈ। ਸਾਰੇ ਹੀ ਮਾਰਗ ਉੱਧਰ ਨੂੰ ਇਸ਼ਾਰਾ ਕਰਦੇ ਹਨ। ਤੋ ਮਿਲਦਾ ਹੈ ਉਦੋਂ ਜਦੋਂ ਮਾਰਗ ਆਦਮੀ ਛੱਡ ਦਿੰਦਾ ਹੈ, ਰਸਤਾ। ਸੰਸਾਰਿਕ ਮਾਰਗ ਛੱਡਣ ਵਾਸਤੇ ਧਾਰਮਿਕ ਮਾਰਗ ਫੜਨਾ ਹੈ। ਇਹਨਾਂ ਨੂੰ ਪੰਥ ਕਿਹਾ ਹੈ, ਰਸਤੇ ਕਿਹਾ ਹੈ। ਤੇ ਧਾਰਮਿਕ ਮਾਰਗ ਇਸੇ ਕਰਕੇ ਹੀ ਫੜਨਾ ਹੈ ਕਿ ਕੋਈ ਸੰਸਾਰਿਕ ਮਾਰਗ ਛੁੱਟ ਜਾਣ। ਸੰਸਾਰ ਵੱਲ ਨੂੰ ਜਿਹੜੇ ਮਾਰਗਾਂ ਥਾਣੀ ਸੁਰਤ ਜਾ ਰਹੀ ਹੈ, ਉਸ ਮਾਰਗਾਂ ਥਾਣੀ ਨਾ ਜਾਵੇ। ਮੋਹ ਦੁਆਰਾ ਜਾ ਰਹੀ ਹੈ, ਮਮਤਾ ਦੁਆਰਾ, ਕਾਮ ਦੁਆਰਾ, ਇੱਛਾ ਦੁਆਰਾ, ਚਾਹਤ ਦੁਆਰਾ, ਉਹ ਛੱਡ ਦਿੱਤੀ। ਉਹ ਮਾਰਗ ਛੱਡਣੇ ਹਨ ਤਾਂ ਉਹ ਛੁੱਟਣਗੇ ਧਾਰਮਿਕ ਮਾਰਗ ਫੜ ਕੇ। ਫਿਰ ਧਾਰਮਿਕ ਮਾਰਗ ਵੀ ਛੱਡਣਾ ਹੈ, ਕਿਉਂਕਿ ਮੰਜ਼ਿਲ ਤਾਂ ਹੀ ਆਵੇਗੀ ਨਾ। ਮੰਜ਼ਿਲ 'ਤੇ ਜਾ ਕੇ ਤੇ ਮਾਰਗ ਛੁੱਟ ਹੀ ਜਾਣੇ ਆ। ਤੇ ਜਿਹੜਾ ਸਾਰੇ ਹੀ ਮਾਰਗ ਛੱਡ ਦਿੰਦਾ ਹੈ, ਫਿਰ ਸੰਸਾਰਿਕ ਮਾਰਗ 'ਤੇ ਛੱਡਣੇ ਸਿਖਾਲੇ ਹਨ ਤੇ ਉਹ ਵੀ ਔਖੇ, ਕਿਉਂਕਿ ਕੋਈ ਵੀ ਨਹੀਂ ਛੱਡਣਾ ਚਾਹੁੰਦਾ ਹੈ। ਬਹੁਤ ਕਠਿਨ ਹੈ, ਮਰਨ ਦੇ ਸਮਾਨ ਹੈ ਸੰਸਾਰ ਵੱਲੋਂ ਧਿਆਨ ਹਟਾਉਣਾ, ਕਿਉਂਕਿ ਆਪਣਾ ਕੁਛ ਵੀ ਨਹੀਂ ਰਹਿ ਜਾਵੇਗਾ ਅਤੇ ਆਦਮੀ ਡਰਦਾ ਹੈ, ਭੈਭੀਤ ਹੁੰਦਾ ਹੈ। ਇਸ ਕਾਰਨ ਹੀ ਅਧਿਆਤਮ ਦੇ ਮਾਰਗ 'ਤੇ ਚੱਲਣਾ ਕਠਿਨ ਹੈ। ਕੁਛ ਕੁ ਚੱਲਣ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਦੇ ਨਾਲ ਲਗਾਵ ਹੈ ਉਹ ਵੀ ਵਿਰੋਧ ਕਰਦੇ ਹਨ, ਉਹ ਵੀ ਅੜਿੱਕਾ ਬਣਨਗੇ, ਕਿਉਂਕਿ ਉਹ ਵੀ ਨਹੀਂ ਛੱਡਣਗੇ ਏਡੀ ਛੇਤੀ। ਫਿਰ ਆਪਣਾ ਮੋਹ ਵੀ ਛੱਡਣਾ, ਮਮਤਾ ਛੱਡਣੀ ਬਹੁਤ ਕਠਿਨ ਹੈ। ਸੰਸਾਰਿਕ ਮਾਰਗ ਛੱਡਣੇ ਕਠਿਨ ਹੈ ਕਹਿ ਲਓ। ਫਿਰ ਧਾਰਮਿਕ ਮਾਰਗ ਛੱਡਣਾ ਹੋਰ ਵੀ ਜ਼ਿਆਦਾ ਕਠਿਨ ਹੈ, ਕਿਉਂਕਿ ਉਹਦੇ ਵਿੱਚ ਜ਼ਿਆਦਾ ਮੋਹ ਭਰ ਦਿੰਦੇ ਹਨ ਧਾਰਮਿਕ ਲੋਕ। ਇਸੇ ਕਾਰਨ ਹੀ ਆਦਮੀ ਧਾਰਮਿਕ ਮਾਰਗਾਂ ਨੂੰ, ਸੰਪਰਦਾਇਆਂ ਨੂੰ ਪਕੜ ਕੇ ਰੱਖਦਾ ਹੈ। ਜਿਹੜੇ ਮਾਰਗ 'ਤੇ ਚੱਲ ਰਿਹਾ ਹੈ, ਜਿਹੜੀ ਸੰਪਰਦਾ 'ਚ ਚੱਲ ਰਿਹਾ ਹੈ, ਉਹਨੂੰ ਛੱਡਦਾ ਨਹੀਂ। ਪਰ ਕੁਛ ਵਿਰਲੇ ਹੁੰਦੇ ਹਨ, ਜਿਵੇਂ ਬਾਬਾ ਲਹਿਣਾ ਜੀ ਸਨ। ਪਹਿਲਾਂ ਉਹਨਾਂ ਨੇ ਸੰਸਾਰਿਕ ਮਾਰਗ ਛੱਡੇ, ਉਹ ਮਮਤਾ ਛੱਡੀ। ਫਿਰ ਧਾਰਮਿਕ ਮਾਰਗ ਉਹ ਵੀ ਛੱਡਿਆ, ਕਿਉਂਕਿ ਉਹ ਪੱਕੇ ਵੈਸ਼ਨਵੀ ਭਗਤ ਸਨ। ਹਰ ਸਾਲ ਹੀ ਯਾਤਰਾ 'ਤੇ ਜਾਂਦੇ ਸਨ, ਤਾਂ ਉਹਨਾਂ ਨੂੰ ਬੜਾ ਧਰਮ ਪਿਆਰਾ ਹੋਵੇਗਾ। ਹੋ ਸਕਦਾ ਪੂਰਵਜ ਵੀ ਉਹਨਾਂ ਦੇ ਮੰਨਦੇ ਹੋ, ਤਾਂ ਉਹ ਵੀ ਸਾਰਾ ਹੀ ਛੱਡ ਦਿੱਤਾ।
ਤਾਂ ਹੀ ਗੁਰੂ ਕੋਲ ਆਏ ਨੇ। ਸੰਸਾਰਿਕ ਮਾਰਗ ਵੀ ਛੱਡੇ, ਧਾਰਮਿਕ ਵੀ ਛੱਡੇ। ਫਿਰ ਮਾਰਗ ਭਾਵੇਂ ਸੰਸਾਰਿਕ ਹੋਵੇ, ਸੰਸਾਰ ਵੱਲ ਨੂੰ ਜਾਣ ਵਾਲਾ, ਭਾਵੇਂ ਧਾਰਮਿਕ ਲੋਕ ਦੱਸਦੇ ਹਨ, ਉਹ ਵੀ ਸੰਸਾਰ ਦੇ ਵਿੱਚ ਹੀ ਕਮਾਉਂਦਾ ਹੈ। ਸੁਪਨਾ ਭਾਵੇਂ ਸੰਸਾਰੀ ਦੇਖੋ, ਭਾਵੇਂ ਧਾਰਮਿਕ ਦੇਖੋ, ਧਰਮ ਕਰਮ ਕਰ ਰਹੇ ਹੋ, ਉਹ ਵੀ ਸੁਪਨੇ 'ਚ ਹੀ ਚੱਲ ਰਹੇ ਹਨ। ਅਤੇ ਸੁਪਨਾ ਟੁੱਟ ਨਹੀਂ ਰਿਹਾ ਹੈ ਕਿਸੇ ਦਾ ਵੀ। ਅਤੇ ਜਿੰਨਾ ਚਿਰ ਸੁਪਨਾ ਟੁੱਟੇਗਾ ਨਹੀਂ, ਉਹਨਾਂ ਚਿਰ ਤੁਸੀਂ ਜਾਣੋਗੇ ਨਹੀਂ ਤੁਸੀਂ ਕੌਣ ਹੋ। ਮੈਂ ਤਾਂ ਕਹਿਣਾ ਹਾਂ ਤੁਸੀਂ ਪਰਮਾਤਮਾ ਹੀ ਹੋ। ਜੁਦਾ ਦੀ ਵੱਖਰੀ ਗੱਲ ਹੈ। ਐਸਾ ਕਿਹਾ ਵੀ ਹੈ ਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਇੱਕ ਮਨ ਸੱਤ ਸਹੰਸਰ, ਜੈਸੇ ਓਤ ਪ੍ਰੋਤ ਪ੍ਰਭ ਸੋਈ। ਕਹਿੰਦੇ ਜਿਵੇਂ ਇੱਕ ਸੂਤ ਹਜ਼ਾਰਾਂ ਹੀ ਮਣਕਿਆਂ ਦੇ ਵਿੱਚ ਪਰੋਇਆ ਹੁੰਦਾ, ਇੱਦਾਂ ਹੀ ਪਰਮਾਤਮਾ ਪਰੋਇਆ ਹੈ। ਇਹ ਵੀ ਕਹਿਣਾ ਪੂਰਾ ਸਹੀ ਨਹੀਂ ਹੈ। ਉਹ ਤੋਂ ਸਿਵਾ ਕੁਝ ਵੀ ਨਹੀਂ ਹੈ। ਸਭ ਕੁਛ ਆਪੇ ਆਪ ਹੀ ਹੈ, ਪਰ ਤੁਸੀਂ ਸੁਪਨਾ ਦੇਖ ਰਹੇ ਹੋ। ਇੰਨੀ ਗੱਲ ਸੁਣ ਕੇ ਤੁਸੀਂ ਜਾਗ ਨਹੀਂ ਜਾਓਗੇ। ਸੁਪਨਾ ਪਹਿਲਾਂ ਟੁੱਟੇਗਾ। ਇਹ ਸੰਸਾਰ ਦੀ ਵਿਚਾਰਧਾਰਾ ਟੁੱਟੇਗੀ। ਇਹ ਮੋਹ ਮਮਤਾ ਛੱਡਣੀ ਪਵੇਗੀ। ਅਤੇ ਜਿਹੜਾ ਛੱਡੇਗਾ, ਜਿਨ ਮਾਇਆ ਮਮਤਾ ਤਜੀ ਲਿਓ ਭੇਖ ਬੈਰਾ, ਕਹੋ ਨਾਨਕ ਸੁਨ ਰਹੇ ਮਨਾ ਤੇ ਨਰ ਮਾਤੇ ਭਾਗ। ਉਹਦੇ ਭਾਗ ਫਿਰ ਜਾਗ ਪੈਣਗੇ। ਫਿਰ ਉਹ ਵੱਡੇ ਭਾਗ ਸਤਸੰਗ ਪਾਵੇ, ਭਾਗਹੀਣ ਪਰਮ ਚੋਟਾ ਖਾਵੇ। ਉਹ ਜਿਹੜਾ ਵੱਡੇ ਭਾਗਾਂ ਵਾਲਾ ਹੈ ਨਾ, ਉਹ ਸੱਤ ਦਾ ਸੰਗ ਪਾ ਲੈਂਦਾ ਹੈ। ਉਹ ਜਾਣ ਲੈਂਦਾ ਹੈ ਵੀ ਉਹ ਸੰਗ ਹੀ ਹੈ, ਸਦਾ ਅੰਗ ਸੰਗੀ ਅਪੰਗ ਅੰਗ ਬਪੂਤੇ। ਪਰ ਜਿਹੜਾ ਸੁਪਨੇ ਦੇ ਵਿੱਚ ਹੈ, ਉਹਨੂੰ ਨਹੀਂ ਪਤਾ ਲੱਗਦਾ।